ਵੀ ਆਖਰ ਆਪਾਂ ਇਹ ਲੜਾਈਆਂ ਕਦੋਂ ਤੱਕ ਲੜਦੇ ਰਵਾਂਗੇ, ਮੰਗ ਪੱਤਰਾਂ ਵਾਲੀਆਂ ਜਾਂ ਸ਼ਾਂਤਮਈ ਢੰਗ ਵਾਲੀਆਂ, ਜਾਂ ਸਰਕਾਰ ਨੂੰ ਕਿਵੇਂ ਆਪਾਂ ਇਸ ਮੁੱਦੇ ਤੇ ਇਨਸਾਫ ਦੇਣ ਲਈ ਤਿਆਰ ਕਰ ਸਕਦੇ? ਕਿ ਇਹੀ ਢੰਗ ਅਪਣਾਉਂਗੇ ਕਿ ਸ਼ਾਂਤੀ ਦਾ? ਬਿਲਕੁਲ ਇਹੀ ਅਪਣਾਵਾਂਗੇ, ਕਿਉਂ ਕਰਕੇ ਜੰਗ ਦੇ ਵਿੱਚ ਕਰਨ ਦੇ ਨਾਲ ਇਹ ਸਾਡੇ ਫਾਇਦੇ 'ਚ ਨਹੀਂ ਹੋਊਗਾ। ਇਹੀ ਆ ਗਿਆ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ। ਇਸੇ ਕਰਕੇ ਅਸੀਂ ਪਿੱਟਦੇ ਹਾਂ ਕਿ ਸਾਡਾ ਬਰਗਾੜੀ ਦਾ ਮਸਲਾ ਨਹੀਂ ਹੱਲ ਹੋਇਆ, ਪਰ ਹਿੰਦੂ ਧਰਮ ਦਾ ਬਬਰੀ ਮਸਜਿਦ ਦਾ ਯੋਧੇ ਦਾ ਮੰਦਿਰ ਬਣਾਉਣ ਦਾ ਮਸਲਾ ਹੱਲ ਹੋ ਗਿਆ। ਦਿੱਲੀ ਤੋਂ ਹੁਕਮ ਆਉਂਦਾ ਹੈ ਉਦੋਂ ਅਸੀਂ ਸਾਰੇ ਭੁੜਕ ਪੈਂਦੇ ਹਾਂ, ਤੇ ਜੇ ਪੰਜਾਬ ਤੋਂ ਹੁਕਮ ਆਏ ਉੱਥੇ ਅਸੀਂ ਸੁੱਤੇ ਹੋਏ ਹਾਂ। ਹੁਣ ਦਿੱਲੀ ਤੋਂ ਹੁਕਮ ਆਇਆ ਕਿ ਸਿੱਧੂ ਸਾਹਿਬ ਕਾਂਗਰਸ ਦੇ ਪ੍ਰਧਾਨ ਬਣਨਗੇ, ਸਾਰੇ ਲੋਕ ਉੱਧਰਲੇ ਪਾਸੇ ਨੂੰ ਭੱਜ ਗਏ। ਦਿੱਲੀ ਦੇ ਆਰਡਰ ਦੇ ਉੱਤੇ ਅਸੀਂ ਉਹਦੀ ਤਾਜਪੋਸ਼ੀ ਤੇ ਭੱਜੇ ਜਾਣਾ ਹੈ, ਤੇ ਇੱਥੇ ਪੰਜਾਬ ਦਾ ਕੋਈ ਫਿਕਰ ਹੀ ਨਹੀਂ ਕਿਸੇ ਨੂੰ। ਫਿਰ ਬੀਬੀ ਜੀ ਇਹ ਤਾਂ ਇਹ ਮਾੜੀ ਗੱਲ ਹੈ, ਬੜੀ ਅਫਸੋਸਜਨਕ ਹੈ ਲੋਕਾਂ ਨੂੰ। ਤਾਂ ਮੇਰਾ ਮਤਲਬ ਜਿੰਨਾ ਚਿਰ ਸਾਡੇ ਕੋਲੇ ਰਾਜ ਸਿੱਖਾਂ ਦਾ ਨਹੀਂ ਆਉਂਦਾ ਉਨਾ ਚਿਰ ਸਾਡੇ ਮਸਲੇ ਹੱਲ ਨਹੀਂ ਹੋ ਸਕਦੇ, ਕਿਉਂ ਕਰਕੇ ਮੈਂ ਤੁਹਾਨੂੰ ਸਬੂਤ ਦਿੱਤੇ ਹੈ, ਗੱਲਾਂ ਦੱਸੀਆਂ ਕਿ ਕਿਵੇਂ ਰਾਜ ਅਫੈਕਟ ਕਰਦਾ ਹੈ ਧਰਮ ਨੂੰ। ਕਾਨਫਰੰਸ ਦਾ ਮੁੱਦਾ ਇਹੀ ਹੈ ਕਿ ਬਰਗਾੜੀ ਦੀ ਜਿਹੜੀ ਦੁਰਘਟਨਾ ਹੋਈ ਸੀਗੀ 2015 ਦੇ ਵਿੱਚ, ਅਜੇ ਤੱਕ ਲਮਕਦੀ ਆ ਰਹੀ ਹੈ। ਔਰ ਕੈਪਟਨ ਅਮਰਿੰਦਰ ਸਿੰਘ ਨੇ ਜਿੱਤਣ ਦੇ ਲਈ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਗੁਟਕਾ ਸਾਹਿਬ ਚੱਕ ਕੇ ਕਿ ਜਿਹੜੇ ਵੀ ਦੋਸ਼ੀ ਹੈਗੇ ਹੈ ਬਰਗਾੜੀ ਦੇ, ਮੈਂ ਉਹਨਾਂ ਨੂੰ ਫੌਰਨ ਗ੍ਰਿਫਤਾਰ ਕਰਕੇ ਜੇਲ੍ਹ 'ਚ ਦਊਂਗਾ। ਇਸੇ ਤਰ੍ਹਾਂ ਜਿਵੇਂ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਦੀ ਕਸ਼ਮਕਸ਼ ਪਿਛਲੇ 1.5 ਮਹੀਨੇ ਤੋਂ ਚੱਲਦੀ ਆ ਰਹੀ ਹੈ, ਉਹਨਾਂ ਨੇ ਵੀ ਮੁੱਦਾ ਇਹ ਰੱਖਿਆ ਸੀ ਕਿ ਬਾਦਲ ਹੋਣੀ ਜਿਨ੍ਹਾਂ ਨੇ ਬੇਅਦਬੀ ਗੁਰੂ ਮਹਾਰਾਜ ਦੀ ਕਰਾਈ ਹੈ ਉਹ ਗ੍ਰਿਫਤਾਰ ਹੋਣੇ ਚਾਹੀਦੇ ਹੈ। ਹੁਣ ਅਸੀਂ ਦੇਖਦੇ ਹਾਂ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਤੇ ਆਉਣ ਵਾਲੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਬੰਦੇ ਗ੍ਰਿਫਤਾਰ ਹੋਣੇ ਚਾਹੀਦੇ ਹੈ, ਇਹ ਗ੍ਰਿਫਤਾਰ ਕਿਉਂ ਨਹੀਂ ਹੋ ਰਹੇ? ਸਾਡੀ ਪਾਰਟੀ ਨੂੰ ਫੇਰ ਤੋਂ ਮੋਰਚੇ ਦੇ ਵਿੱਚ ਬੈਠਣਾ ਪਿਆ ਤੇ ਅੱਜ 20 ਦਿਨ ਹੋ ਗਏ ਹੈ, ਰੋਜ਼ ਗ੍ਰਿਫਤਾਰੀਆਂ ਹੋ ਰਹੀਆਂ। 5-5 ਸਿੰਘ ਹਰੇਕ ਜ਼ਿਲ੍ਹੇ ਤੋਂ ਆ ਰਹੇ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਦਾ ਅੰਤ ਹੋਵੇ, ਕਿਉਂ ਕਰਕੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਕਿਉਂ ਕਰਕੇ ਅਸੀਂ ਸਟੇਟਲੈਸ ਕੌਮ ਹੈਗੇ ਹੈ, ਸਾਡੇ ਕੋਲੇ ਸਟੇਟ ਹੈ ਨਹੀਂ ਗੀ। ਹੁਣ ਜੇ ਸਾਡੇ ਹਿੰਦੂ ਭਰਾਵਾਂ ਦੇ ਕੋਲੇ ਸਟੇਟ ਹੈਗੀ ਹੈ ਤਾਂ ਇਹਨਾਂ ਨੇ ਬਬਰੀ ਮਸਜਿਦ ਦਾ ਮਸਲਾ ਹੱਲ ਕਰ ਲਿਆ। 1992 ਦੇ ਵਿੱਚ ਅਡਵਾਨੀ ਸਾਹਿਬ ਤੇ ਨਰਸਿਮਹਾ ਰਾਓ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਤੇ ਬਾਕੀ ਦੇ RSS ਬੰਦੇ, ਉਹਨਾਂ ਨੇ ਬਬਰੀ ਮਸਜਿਦ ਨੂੰ ਸ਼ਹੀਦ ਕਰਤਾ ਸੀਗਾ। ਔਰ ਪਿਛਲੇ ਸਾਲ ਫਿਰ ਮੋਦੀ ਸਾਹਿਬ ਨੇ ਪ੍ਰੋਮਿਸ ਪੂਰਾ ਕੀਤਾ, BJP RSS ਨੇ, ਇਹਨਾਂ ਨੇ ਜਿਹੜੇ ਚੀਫ ਜਸਟਿਸ ਸੀਗੇ ਗੋਗੋਈ ਸਾਹਿਬ, ਉਹਨਾਂ ਨੂੰ ਬਰਾਈਬ ਕਰ ਲਿਆ, ਉਹਨਾਂ ਨੂੰ ਰਿਸ਼ਵਤ ਦੇਣ ਦਾ ਇਕਰਾਰ ਕਰ ਲਿਆ ਤੇ ਉਹਨਾਂ ਤੋਂ ਫੈਸਲਾ ਕਰਵਾ ਲਿਆ ਸੁਪਰੀਮ ਕੋਰਟ ਤੋਂ ਕਿ ਬਬਰੀ ਮਸਜਿਦ ਨਹੀਂ ਹੈ, ਇਹ ਹਿੰਦੂਆਂ ਦਾ ਮੰਦਿਰ ਹੈ। ਤੇ ਉੱਥੇ ਸਾਰੀ ਵੀ ਚੱਲ ਪਈ ਤੇ ਪ੍ਰਾਈਮ ਮਿਨਿਸਟਰ ਜਿਹੜਾ ਇੱਕ ਸੈਕੂਲਰ ਕੰਟਰੀ ਦੇ ਵਿੱਚ ਨੀਂਹ ਪੱਥਰ ਕਿਸੇ ਮਜ਼ਹਬ ਦਾ ਨਹੀਂ ਰੱਖ ਸਕਦਾ, ਉਹ ਵੀ ਸਾਡੇ ਮੋਦੀ ਸਾਹਿਬ ਉੱਥੇ ਰੱਖ ਆਏ ਹੈ। ਹੁਣ ਤੁਸੀਂ ਸਾਰੇ ਸਮਝੋਗੇ ਕਿ ਜੇ ਕਿਸੇ ਕੌਮ ਦੀ ਸਟੇਟ ਹੁੰਦੀ ਹੈ ਤੇ ਉਹਦੇ ਪੁਰਾਣੇ ਮਸਲੇ ਹੱਲ ਹੋ ਜਾਂਦੇ ਹੈ, ਪਰ ਸਾਡਾ ਮਸਲਾ ਬਰਗਾੜੀ ਦਾ, ਫਿਰ ਬਹਿਬਲ ਦਾ ਤੇ ਕੋਟਕਪੂਰੇ ਦਾ,
ਅਜੇ ਤੱਕ ਹੱਲ ਨਹੀਂ ਹੋ ਰਿਹਾ ਹੈ। ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਇਲੈਕਸ਼ਨਾਂ ਨਹੀਂ ਹੋਈਆਂ। ਜੇ ਕਿਸੇ ਦੀ ਸਟੇਟ ਹੋਊਗੀ ਫਿਰ ਉਹਦੇ ਪੰਚਾਇਤ ਦੇ ਵੀ ਇਲੈਕਸ਼ਨ ਟਾਈਮ ਸਿਰ ਹੋ ਜਾਂਦੇ ਹੈ, ਜ਼ਿਲ੍ਹਾ ਪਰਿਸ਼ਦ ਦੇ ਵੀ ਹੋ ਜਾਂਦੀ ਹੈ, ਅਸੈਂਬਲੀ ਦੇ ਵੀ ਹੋ ਜਾਂਦੇ ਹੈ, ਪਾਰਲੀਮੈਂਟ ਦੇ ਵੀ ਹੋ ਰਹੇ ਹੈ। ਪਰ ਜਿਹੜੀ ਕਾਨੂੰਨ ਦੇ ਨਾਲ 1925 ਦੇ ਵਿੱਚ ਸਿੱਖਾਂ ਦੀ ਪਾਰਲੀਮੈਂਟ SCGP ਬਣੀ ਹੈ, ਉਹਦੇ 10 ਸਾਲ ਹੋ ਗਏ ਹੈ। ਕਿ ਸਪਟੈਂਬਰ ਦੇ ਵਿੱਚ 10 ਸਾਲ ਹੋ ਜਾਣਗੇ ਕਿ ਉਹਦੇ ਇਲੈਕਸ਼ਨ ਨਹੀਂ ਹੋ ਰਹੇ ਔਰ ਉੱਥੇ ਇੰਨੀ ਕਰਪਸ਼ਨ ਚੱਲ ਪਈ ਹੈ ਤੇ ਜਿੰਨੀਆਂ ਵੀ ਸਾਡੀਆਂ ਪੁਰਾਣੀ ਇਤਿਹਾਸਕ ਇਮਾਰਤਾਂ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ। ਤੇ ਜਿਵੇਂ ਡਿਊਟੀ ਸੀਗੀ ਤਰਨਤਾਰਨ ਸਾਹਿਬ ਦੀ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨਿਹਾਲ ਸਿੰਘ ਨੇ ਉਸਾਰੀ ਸੀ, ਉਹ ਵੀ SGPC ਨੇ ਬਾਬਾ ਜਗਤਾਰ ਸਿੰਘ ਨੂੰ ਕਹਿ ਕੇ ਉਹ ਵੀ ਤੋੜਨੀ ਸ਼ੁਰੂ ਕਰਤੀ ਸੀ। ਪਰ ਮੌਕੇ 'ਤੇ ਅਸੀਂ ਪਹੁੰਚ ਗਏ ਸੀ, ਥੋੜ੍ਹਾ ਬਹੁਤਾ ਬਚਾਅ ਕਰ ਲਿਆ। ਹੁਣ ਬੀਬੀ ਜੀ ਹੈਗੇ ਹੈ, ਉਹਨਾਂ ਨੇ ਵੀ ਜਿਹੜੀਆਂ ਨਵੀਆਂ ਇਮਾਰਤਾਂ ਲੱਭੀਆਂ ਹੈਗੀਆਂ ਉੱਥੇ ਵੀ ਖਦਾਈ ਤੇ ਉੱਥੇ ਤੋੜਨ ਤਾੜਨ ਦਾ ਕੰਮ ਸ਼ੁਰੂ ਕਰਤਾ ਹੈ ਕਿ ਇੱਥੇ ਅਸੀਂ ਸਾਈਕਲ ਸਟੈਂਡ ਬਣਾਵਾਂਗੇ। ਹੁਣ ਮੇਰਾ ਮਤਲਬ ਹੈ ਕਿ ਅਸੀਂ ਆਪਣਾ ਇਤਿਹਾਸ ਜ਼ਿਆਦਾ ਰੱਖਣਾ ਹੈ ਕਿ ਸਾਈਕਲ ਸਟੈਂਡ ਉੱਥੇ ਬਣਾਉਣੇ ਹੈ। ਜਿਹੜੇ ਵੀ ਬਲੂ ਸਟਾਰ ਦੇ ਫੌਜ ਦੇ ਨਿਸ਼ਾਨ ਹੈ ਉਹ ਤਾਂ ਖੁਰਦ-ਬੁਰਦ ਕਰ ਦਿੱਤੇ ਗਏ ਹੈ ਔਰ ਪੁਰਾਣੀ ਬਿਲਡਿੰਗ ਜਿਹੜੀ ਗੁਰੂ ਰਾਮਦਾਸ ਸਰਾਏ ਹੈ ਉਸ ਨੂੰ ਵੀ ਬੀਬੀ ਜਗੀਰ ਕੌਰ ਜੀ ਕਹਿੰਦੇ ਹੈ ਕਿ ਉਹਨੂੰ ਵੀ ਤੋੜ ਕੇ ਉੱਥੇ ਨਵੀਂ ਬਣਾਉਣੀ ਹੈ। ਸੋ ਮੇਰਾ ਮਤਲਬ ਹੈ ਸਾਡਾ ਸਾਰਾ ਵਿਰਸਾ ਜਿਹੜਾ ਖੁਰਦ-ਬੁਰਦ ਹੋ ਰਿਹਾ ਹੈ, ਅਸੀਂ ਉਸ ਦੇ ਹੱਕ 'ਚ ਨਹੀਂ ਹੈ। ਇਸ ਕਰਕੇ 2 ਤਰੀਕ ਨੂੰ ਅਗਲੇ ਮਹੀਨੇ ਦੇ ਨੂੰ ਅਸੀਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਮੈਮੋਰੈਂਡਮ ਦੇਵਾਂਗੇ ਕਿ ਜਿਹੜੇ ਬਰਗਾੜੀ ਦਾ ਮਸਲਾ ਹੈ ਇਹ ਹੱਲ ਹੋਣਾ ਚਾਹੀਦਾ ਹੈ ਤੇ ਸਾਡੇ ਇਲੈਕਸ਼ਨ SGPC ਦੇ ਜਿਵੇਂ ਅਸੀਂ ਜਮਹੂਰੀਅਤ ਪਸੰਦ ਲੋਕ ਹੈਗੇ ਹੈ ਇਹਦੇ ਹੁਣੇ ਨਿਸ਼ਚਿਤ ਕਰੋ ਕਿ ਸਪਟੈਂਬਰ ਦੇ ਵਿੱਚ ਇਹ ਹੋ ਜਾਣ। ਤੇ ਜੇ ਸਾਡੀ ਗੱਲ ਜਦੋਂ ਸਾਰੇ DCਆਂ ਨੂੰ ਅਸੀਂ 2 ਤਰੀਕ ਨੂੰ ਅਗਸਤ ਨੂੰ ਮੈਮੋਰੈਂਡਮ ਦਿੱਤਾ ਤੇ ਉਦੋਂ ਗੱਲ ਫੇਰ ਵੀ ਠੰਡੀ ਬਸਤੇ 'ਚ ਪਈ ਰਹੀ। ਫਿਰ 8 ਤਰੀਕ ਨੂੰ ਅਸੀਂ ਬਰਗਾੜੀ ਵਿੱਚ ਬਹੁਤ ਵੱਡਾ ਇਕੱਠ ਗੁਰਦੁਆਰੇ ਵਿੱਚ ਕਰਾਂਗੇ, ਜਿਹਦੇ ਨਾਲ ਇਹ ਸਾਰੀ ਦੁਨੀਆ ਦੇ ਵਿੱਚ ਪਤਾ ਲੱਗੂਗਾ ਕਿ ਸਿੱਖਾਂ ਨੂੰ ਆਪਣਾ ਇਨਸਾਫ ਨਹੀਂ ਮਿਲਦਾ ਤੇ ਦੂਜੇ ਧਰਮ ਜਿਹੜੇ ਰਾਜ ਕਰਦੇ ਹੈ ਉਹਨਾਂ ਦੀ ਗੱਲ ਪੂਰੀ ਪੁੱਗ ਜਾਂਦੀ ਹੈ ਤੇ ਉਹਨਾਂ ਦੇ ਇਹ ਮੰਦਿਰ ਵੀ ਬਣ ਜਾਂਦੇ ਹੈ ਤੇ ਮਸਜਿਦਾਂ ਵੀ ਸ਼ਹੀਦ ਕਰ ਦਿੱਤੀਆਂ ਜਾਂਦੀਆਂ। ਜਿਵੇਂ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਦੇ ਨਾਲ ਅਕਾਲ ਤਖਤ ਸਾਹਿਬ ਨੂੰ 1984 ਦੇ ਵਿੱਚ ਕੀਤਾ ਸੀਗਾ। ਤੇ ਇਸ ਮੁਲਕ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਦਾ ਜਿਹੜਾ ਮਜ਼ਹਬ ਹੈ ਉਹ ਸੁਰੱਖਿਅਤ ਨਹੀਂ ਹੈ, ਜੋ ਕਰਕੇ ਜਿਹੜੇ ਕ੍ਰਿਸਚਨ ਹੈ, ਹੁਣ ਤੁਸੀਂ ਦੱਸੋ ਕਿ 84 ਸਾਲ ਦਾ ਇੱਕ ਸਵਾਮੀ ਉਸ ਨੂੰ ਫੜ ਕੇ ਜੇਲ੍ਹ ਦੇ ਵਿੱਚ ਦਿੱਤਾ। ਉਹ ਕਹਿੰਦਾ ਸੀਗਾ ਮੈਥੋਂ ਚਾਹ ਪਾਣੀ ਨਹੀਂ ਪੀਤਾ ਜਾਂਦਾ, ਮੈਨੂੰ ਇੱਕ ਸਟ੍ਰੋ ਦੇ ਦਿਓ, ਸਟ੍ਰੋ ਜਿਹਦੇ ਨਾਲ ਮੈਂ ਫੂਕ ਮਾਰ ਕੇ ਖਿੱਚਣਾ। ਪਰ ਉਹ ਵੀ ਉਹ ਸਵਾਮੀ ਕ੍ਰਿਸਚਨ ਨੂੰ ਨਹੀਂ ਦਿੱਤਾ ਗਿਆ ਤੇ ਕ੍ਰਿਸਚਨ ਨਨਸ ਨੂੰ ਰੇਪ ਕੀਤਾ ਜਾਂਦਾ BJP RSS ਤੋਂ, ਉਹਨਾਂ ਦੇ ਗਿਰਜੇ ਘਰ ਤੋੜੇ ਜਾਂਦੇ ਹੈ। ਅਸੀਂ ਪੋਪ ਨੂੰ ਵੀ ਲਿਖਿਆ ਹੈ ਕਿ ਇਹ ਜਿਹੜਾ ਸਵਾਮੀ ਦਾ ਕਤਲ ਹੋਇਆ ਸਰਕਾਰੀ ਤੌਰ ਦੇ ਉੱਤੇ ਅਦਾਲਤਾਂ ਨੇ ਕੀਤਾ ਹੈ, ਸਰਕਾਰ ਨੇ ਕੀਤਾ ਹੈ, ਇਸ ਨੂੰ ਤੁਸੀਂ ਕੋਈ ਵੱਡੀ ਪਦਵੀ ਇਸ ਨੂੰ ਦਿੱਤੀ ਜਾਵੇ ਜਿਹੜਾ ਇਹ ਤੁਹਾਡੇ ਧਰਮ ਦੇ ਵਿੱਚ ਇਸ ਨੂੰ ਇੱਕ ਵੱਡਾ ਸਾਧ ਸੇਂਟ ਗਿਣਿਆ ਜਾਵੇ। ਸੋ ਇਹ ਸਾਰੀਆਂ ਗੱਲਾਂ ਹੈਗੀਆਂ ਜੀ। ਤੇ ਜਿਹੜਾ ਨਵਾਂ ਉੱਥੇ ਲੱਭਿਆ ਗਲਿਆਣਾ, ਇਹ ਗਿਆਨੀਆਣਾ ਉਹਨੂੰ ਕਹਿੰਦੇ ਹੈ, ਗਿਆਨੀਆਂ ਦਾ ਬੁੰਗਾ, ਗਿਆਨੀਆਂ ਦਾ ਬੁੰਗਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਚੱਲਿਆ। ਹਾਂ, ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਚੱਲ ਰਿਹਾ ਹੈ। ਇਹਦਾ ਵੀ ਹੁਣ ਇਹ ਨਸ਼ਟ ਕਰਨਾ ਚਾਹੁੰਦੇ ਹੈ ਤੇ ਟੋਡਰਮਲ ਦੀ ਜਿਹੜੀ ਹਵੇਲੀ ਹੈ ਉਹਦੇ ਪੈਸੇ ਬਾਹਰ ਦੇ ਮੁਲਕਾਂ ਤੋਂ ਆ ਗਏ ਹੈ, ਪਰ ਉਹਦੀ ਅਜੇ ਵੀ SGPC ਸਾਰੀ ਉਸੇ ਢੰਗ ਦੇ ਨਾਲ ਨਹੀਂ ਕਰ ਰਹੀ
ਜਿਹੜੀ ਕਿ ਆਰਕੀਟੈਕਚਰ ਤੇ ਆਰਕੀਓਲੋਜਿਸਟ ਨੂੰ ਨਾਲ ਲੈ ਕੇ ਉਹਨੂੰ ਫਿਰ ਤੋਂ ਬਣਾਉਣਾ ਚਾਹੀਦਾ ਹੈ। ਹਾਂ ਤੇ 2 FIR ਹੈਗੀਆਂ, ਇੱਕ ਤਾਂ 63 ਨੰਬਰ ਹੈ, 128 FIR ਹੈ, ਜਿਹਦੇ ਵਿੱਚੋਂ ਰਾਮ ਰਹੀਮ ਨੂੰ ਇਹ ਨਵੀਂ SIT ਟੀਮ ਨੇ ਕੱਢ ਦਿੱਤਾ ਹੈ। ਇਹ ਸਾਨੂੰ ਬੜਾ ਦੁੱਖ ਹੈ ਕਿ ਇਸ ਨੂੰ ਨਵੀਂ SIT ਨੇ ਕਿਉਂ ਕੱਢਿਆ ਹੈ ਤੇ ਹਾਈ ਕੋਰਟ ਇਹਦੇ ਵਿੱਚ ਦਖਲ ਅੰਦਾਜ਼ੀ ਕਿਉਂ ਕਰ ਰਹੀ ਹੈ ਤੇ ਬਾਦਲ ਨੂੰ ਉਸ ਦੇ ਵਿੱਚੋਂ ਸਾਰੇ ਦੋਸ਼ਾਂ 'ਚੋਂ ਹਾਈ ਕੋਰਟ ਨੇ ਰਿਹਾ ਕਰਤਾ ਹੈ ਤੇ ਦੂਸਰੇ ਪੱਖ ਦੀ ਗੱਲ ਹੀ ਹਾਈ ਕੋਰਟ ਨੇ ਨਹੀਂ ਸੁਣੀ। ਸੋ ਇਹ ਜਿਹੜਾ ਇਹ ਰਾਮ ਰਹੀਮ ਨੂੰ ਤੇ ਮੌੜ ਦੇ ਵਿੱਚ ਜਿਹੜਾ ਬੰਬ ਬਲਾਸਟ ਹੋਇਆ ਸੀਗਾ ਉਹ ਵੀ ਰਾਮ ਰਹੀਮ ਦੇ ਬੰਦਿਆਂ ਨੇ ਕੀਤਾ ਸੀ। ਤੁਹਾਡੇ ਕੋਲੇ ਆ ਕੇ ਮੈਂ ਕਈ ਵਾਰੀ ਪੇਸ਼ ਹੋਇਆ, ਗੱਲ ਕੀਤੀ ਹੈ, ਮੌੜ ਦਾ ਵੀ ਨਹੀਂ ਹੋਇਆ ਕਿਉਂ ਕਰਕੇ ਰਾਮ ਰਹੀਮ ਦੇ ਕੋਲੇ ਵੋਟ ਹੈ ਤੇ ਸਾਰੀਆਂ ਪਾਰਟੀਆਂ ਉਸ ਦੀ ਵੋਟ ਦੇ ਪਿੱਛੇ ਪਈਆਂ ਤੇ ਅਜੇ ਤੱਕ ਰਾਮ ਰਹੀਮ ਦਾ ਨਾ ਮੌੜ ਦਾ ਕੇਸ ਚੱਲਿਆ ਤੇ ਨਾ ਬਰਗਾੜੀ ਦਾ ਤੇ ਨਾ ਇਹ ਜਿਹੜਾ ਸੈਕਟਰਲੇਟ ਕੀਤਾ ਹੈਗਾ ਇਸਨੇ ਇਹ ਨਹੀਂ ਚੱਲੇ। ਬਸ ਮਾਨਸਾ ਜਿਸ ਤਰ੍ਹਾਂ ਅੱਜ ਕਾਂਗਰਸ ਪਾਰਟੀ ਨਵੇਂ ਪ੍ਰਧਾਨ ਬਣੇ ਸਿੱਧੂ ਸਾਹਿਬ ਨੇ ਸਹੁੰ ਚੱਕੀ ਹੈ ਹਾਂ ਤੇ ਤੁਹਾਨੂੰ ਕੀ ਲੱਗਦਾ ਹੁਣ ਵੀ ਸਿੱਧੂ ਸਾਹਿਬ ਦੇ ਪ੍ਰਧਾਨ ਬਣਨ ਨਾਲ ਪਹਿਲਾਂ ਤੁਹਾਡੇ ਹੱਕ ਦੇ ਵਿੱਚ ਗੱਲ ਕਰ ਰਹੇ ਸੀ ਕਿ ਹੁਣ ਸਿੱਖੂ ਨੂੰ ਸਾਫ਼ ਮਿਲੂਗਾ ਜੀ? ਹੁਣ ਜਿਵੇਂ ਮਹਾਰਾਜ ਸਾਹਿਬ ਨੇ ਸਹੁੰ ਚੱਕੀ ਸੀਗੀ ਤੇ ਉਹਦੇ ਤੇ ਨਹੀਂ ਉਤਰੇ, ਹੁਣ ਸਿੱਧੂ ਸਾਹਿਬ ਦਾ ਪੱਕੀ ਕਹਿ ਸਕਦੇ ਹਾਂ, ਜਦੋਂ ਕਰਨਗੇ ਫਿਰ ਪਤਾ ਲੱਗੂਗਾ। ਮਾਨ ਸਾਹਿਬ ਹਾਂ 5 ਸਾਲ ਹੋ ਗਏ ਜੀ, ਦੁਬਾਰੇ ਫੇਰ ਚੋਣਾਂ ਆ ਜਾਣੀਆਂ ਜੀ। ਹਾਂਜੀ ਬੇਅਦਬੀ ਦਾ ਮੁੱਦਾ ਉੱਠ ਹੀ ਆ, ਕਿਹੜਾ ਕਾਹਦਾ ਜੀ? ਬੇਅਦਬੀ ਦਾ। ਹਾਂਜੀ ਆਪਣਾ ਮੋਰਚਾ ਵੀ ਲੱਗਿਆ, 6 ਮਹੀਨੇ ਚੱਲਿਆ, ਪ੍ਰਾਪਤੀ ਦੇ ਨੇੜੇ ਪਹੁੰਚ ਗਿਆ, ਮੰਤਰੀ ਆਉਂਦੇ ਆ ਫਿਰ ਖਾ ਜਾਂਦੇ ਆ। ਹੁਣ ਸਿੱਧੂ ਆ ਗਿਆ, ਸਿੱਧੂ ਵੀ ਕਹਿੰਦਾ ਵੀ ਬੇਅਦਬੀ ਦਾ ਇਨਸਾਫ ਮਿਲ ਜੂਗਾ। ਵੀ ਆਖਰ ਆਪਾਂ ਇਹ ਲੜਾਈਆਂ ਕਦੋਂ ਤੱਕ ਲੜਦੇ ਰਵਾਂਗੇ, ਮੰਗ ਪੱਤਰਾਂ ਵਾਲੀਆਂ ਜਾਂ ਸ਼ਾਂਤਮਈ ਢੰਗ ਵਾਲੀਆਂ, ਜਾਂ ਸਰਕਾਰ ਨੂੰ ਕਿਵੇਂ ਆਪਾਂ ਇਸ ਮੁੱਦੇ ਤੇ ਇਨਸਾਫ ਦੇਣ ਲਈ ਤਿਆਰ ਕਰ ਸਕਦੇ ਹਾਂ? ਇਹ ਦੇਖੋ ਜੀ, ਸਾਡਾ ਕੋਈ ਸਿੱਖਾਂ ਦਾ ਮੁਲਕ ਕੋਈ ਹੈ ਨਹੀਂਗਾ ਜਿੱਥੋਂ ਸਾਨੂੰ ਹਥਿਆਰਬੰਦ ਲੜਾਈ ਲੜਨ ਦੀ ਲੋੜ ਪੈ ਜੇ ਜਾਂ ਕਰਨ ਦੀ, ਤੇ ਅਸੀਂ ਤਾਂ ਅਮਨ ਪਸੰਦ ਤਰੀਕੇ ਦੇ ਨਾਲ ਹੀ ਕਰ ਸਕਦੇ ਹਾਂ ਤੇ ਅਮਨ ਪਸੰਦ ਤਰੀਕੇ ਦੇ ਨਾਲ ਕਰਦੇ ਰਹਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ। ਇਹ ਮੈਂ ਤੁਹਾਡਾ ਜਵਾਬ ਤਾਂ ਦਿੱਤਾ ਹੈ ਕਿ ਇਹੀ ਢੰਗ ਅਪਣਾਉਂਗੇ ਕਿ ਸ਼ਾਂਤੀ ਦਾ, ਬਿਲਕੁਲ ਇਹੀ ਅਪਣਾਵਾਂਗੇ ਕਿਉਂ ਕਰਕੇ ਜੰਗ ਦੇ ਵਿੱਚ ਕਰਨ ਦੇ ਨਾਲ ਇਹ ਸਾਡੇ ਫਾਇਦੇ 'ਚ ਨਹੀਂ ਹੋਊਗਾ। ਪਰ ਮੇਰੇ ਬਾਅਦ 'ਚ ਜਿਹੜਾ ਜਥੇਦਾਰ ਆਊਗਾ ਉਹਦੀ ਮਰਜ਼ੀ ਹੋਊਗੀ ਇਸ ਤਰ੍ਹਾਂ ਕਰਨਾ ਨਹੀਂ ਹੋਣਾ, ਪਰ ਜਿੰਨਾ ਚਿਰ ਮੈਂ ਪ੍ਰੈਜ਼ੀਡੈਂਟ ਹੈ ਮੈਂ ਅਮਨ ਪਸੰਦ ਤਰੀਕੇ ਦੇ ਨਾਲ ਇਸ ਨੂੰ ਚਲਾਉਣਾ ਚਾਹੁੰਦਾ। ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਤੋਂ ਬੜੀ ਉਮੀਦ ਸੀ ਵੀ ਉਹ ਪੜ੍ਹੇ ਲਿਖੇ ਆ, ਵਿਦਵਾਨ ਆ, ਵੀ ਹੋ ਸਕਦਾ ਇਸ ਮਸਲੇ ਤੇ ਕੋਈ ਉਹ ਫੈਸਲਾ ਲੈ ਸਕਣ, ਪਰ ਉਹਨਾਂ ਦੀ ਵੀ ਕਾਰਗੁਜ਼ਾਰੀ ਤੇ ਕੋਈ ਸਵਾਲ ਉੱਠ ਰਹੇ ਆ ਜੀ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਜਿਹੜੀ ਕਰਪਸ਼ਨ ਤੇ ਸਾਡੀ ਪਾਰਟੀਆਂ ਦਾ ਸਿੱਖ ਧਰਮ ਤੋਂ ਮੂੰਹ ਦੂਰ ਹੋ ਗਿਆ ਹੈ, ਇਹਨਾਂ ਦੇ ਹੱਥ ਦੇ ਵਿੱਚ SGPC ਹੈ ਤੇ SGPC ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਦੀ ਸੇਵਾ ਦਿੱਤੀ ਹੈ। ਫਿਰ ਉਹ ਬਾਦਲ ਦੀ ਵੀ ਬੋਲੀ ਬੋਲਣਗੇ ਪਰ ਸਿੱਖ ਕੌਮ ਦੀ ਤਾਂ ਨਹੀਂ ਬੋਲਣਗੇ, ਹੈ ਨਾ। ਹੁਣ ਤਦੇ ਅਸੀਂ ਕਹਿੰਦੇ ਹਾਂ ਕਿ SGPC ਦੇ ਇਲੈਕਸ਼ਨਸ ਕਰਾਓ, ਜਿਹੜਾ ਨਵਾਂ ਰੂਪ ਉਹਦੇ ਵਿੱਚ ਆਵੇ, ਨਵਾਂ ਜੋਸ਼ ਆਵੇ। ਪਰ ਇੰਡੀਆ ਦੀ ਸਰਕਾਰ ਸਾਡੀ SGPC ਦੀ ਇਲੈਕਸ਼ਨ ਕਿਉਂ ਨਹੀਂ ਕਰਾ ਰਹੀ? ਜਿਹੜਾ ਧਰਮ ਦਾ ਕਮਿਸ਼ਨ ਹੈ, ਹੁਣ ਅਸੀਂ ਅਮਰੀਕਾ ਨੂੰ ਵੀ ਲਿਖ ਰਹੇ ਹਾਂ ਕਿ ਜਿਹੜਾ ਧਰਮ ਦਾ ਕਮਿਸ਼ਨ ਹੈਗਾ ਅਮਰੀਕਾ ਦਾ, ਉਸ ਨੂੰ ਵੀ ਛਿੱਟੀ ਪਾ ਰਹੇ ਹਾਂ ਕਿ ਸਾਡੇ SGPC ਦੇ ਇਲੈਕਸ਼ਨਸ ਕਰਾਓ। ਇੱਕ ਹੋਰ ਚੀਜ਼ ਬਹੁਤ ਵਧੀਆ ਹੋਈ ਹੈ ਜਿਹੜੀ ਤੁਹਾਡੇ ਨੋਟਿਸ ਹੋਣੀ ਚਾਹੀਦੀ ਹੈ ਕਿ ਆਰਟੀਕਲ 25 ਦੇ ਵਿੱਚ ਲਿਖਿਆ ਹੈ ਕਿ ਸਿੱਖ ਹਿੰਦੂ ਧਰਮ ਦਾ ਇੱਕ ਹਿੱਸਾ ਹੈਗੇ ਹੈ। ਹੁਣ ਅਮਰੀਕਾ ਦੀਆਂ 50 ਸਟੇਟਸ ਨੇ, ਉਹਨਾਂ ਦੇ ਵਿੱਚੋਂ ਇੱਕ ਸਟੇਟ ਹੈਗੀ ਹੈ ਨਿਊ ਜਰਸੀ। ਸਾਡੇ ਜਿਹੜੇ ਉੱਥੋਂ ਦੇ ਕਨਵੀਨਰ ਹੈ ਅਮਰੀਕਾ ਦੇ ਸਾਹਿਬ ਬੂਟਾ ਸਿੰਘ, ਉਹਨਾਂ ਨੇ ਨਿਊ ਜਰਸੀ ਦੀ ਅਸੈਂਬਲੀ ਤੋਂ, ਲੈਜਿਸਲੇਚਰ ਤੋਂ ਪਾਸ ਕਰਾ ਲਿਆ ਹੈ ਕਿ ਸਿੱਖ ਇੱਕ ਅਲੱਗਾ ਕੌਮ ਹੈ, ਅਲੱਗਾ ਮਜ਼ਹਬ ਹੈ ਤੇ ਇਹਨਾਂ ਦਾ ਹੋਰ ਕਿਸੇ ਧਰਮ ਦੇ ਨਾਲ ਕੋਈ ਸਾਂਝ ਨਹੀਂ ਹੈ।
ਇਹ ਬਿਲਕੁਲ ਇੰਡੀਪੈਂਡੈਂਟ ਹੈ। ਹੁਣ ਮੇਰਾ ਕਹਿਣ ਦਾ ਮਤਲਬ ਹੈ ਸਾਡੇ ਕੋਲੇ ਪਾਵਰ ਨਹੀਂ ਹੈ, ਪਰ ਸਾਡੀ ਆਵਾਜ਼ ਸਾਰੀ ਦੁਨੀਆ 'ਚ ਫੈਲ ਰਹੀ ਹੈ ਕਿ ਸਾਡੇ ਨਾਲ ਕੀ ਜ਼ਬਰ ਹੋ ਰਿਹਾ। ਜਸੂਸੀ ਵਾਲਾ ਮਾਮਲਾ ਬੜਾ ਹਾਈਲਾਈਟ ਹੋਇਆ ਹੈ ਜੀ, ਜਿਹੜਾ 300 ਭਾਰਤੀਆਂ ਦੀ ਕਰਵਾਈ ਜਾ ਰਹੀ ਹੈ, ਪੱਤਰਕਾਰਾਂ ਦੀ ਵੀ ਕਰਵਾਈ ਜਾ ਰਹੀ ਹੈ। ਉਸ ਮਾਮਲੇ ਤੇ ਇਹਦੇ ਵਿੱਚ ਮੇਰਾ ਦੇਖਣਾ ਹੈਗਾ ਕਿ ਕੋਈ ਵੀ ਹਿੰਦੂ ਇੰਡੀਆ ਨੂੰ ਤੋੜਨਾ ਨਹੀਂ ਚਾਹੁੰਦਾ, ਤੇ ਇਸ ਕਰਕੇ ਇਹਨਾਂ ਦੀ ਜਸੂਸੀ ਕਿਉਂ ਕੀਤੀ ਗਈ ਹੈ? ਇਹ ਤਾਂ ਹੋ ਰਹੀ ਹੈ ਕਿਉਂ ਕਰਕੇ ਹਿਟਲਰ ਤੇ ਸਟੈਲਿਨ ਦੇ ਰੂਸ ਵਰਗਣ ਬੀਜੇਪੀ ਤੇ ਆਰਐਸਐਸ ਇੱਥੇ ਡਿਕਟੇਟਰਸ਼ਿਪ ਲਿਆਉਣਾ ਚਾਹੁੰਦੀ ਹੈ ਕਿ ਜਿਹੜਾ ਵੀ ਚਿਉਂ ਮਿਉਂ ਕਰ ਦੇਵੇ ਹਿੰਦੂਆਂ ਦੇ ਵਿੱਚ, ਉਹਦੇ ਤੇ ਵੀ ਉਹਨਾਂ ਨੇ ਉਹ ਲਾਈ ਹੋਈ ਹੈ। ਇਸ ਕਰਕੇ ਸਾਰਾ ਕੁਝ ਹੋ ਰਿਹਾ ਹੈ। ਅੱਜ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀਆਂ ਜਿਹੜੀਆਂ ਸਟੇਟ ਦੀਆਂ ਇੰਟੈਲੀਜੈਂਸ ਏਜੰਸੀਜ਼ ਨੇ, ਰॉ ਹੈ, ਆਈਬੀ ਹੈ, ਮਿਲਟਰੀ ਹੈ ਤੇ ਡਿਪਲੋਮੈਟਸ ਹੈਗੇ ਆ, ਫੋਰਨ ਸਰਵਿਸ, ਇਹ ਨਹੀਂ ਸਾਨੂੰ ਦੱਸ ਸਕੇ ਕਿ ਚੀਨ ਨੇ ਕਦੋਂ ਹਮਲਾ ਕਰਨਾ ਹੈ ਤੇ ਮਿਲਟਰੀ ਦੀ ਤਿਆਰੀ ਕਿਉਂ ਨਹੀਂ ਸੀ। ਅਜੇ ਤੱਕ ਅਖਬਾਰਾਂ ਦੇ ਵਿੱਚ ਆਰਟੀਕਲਸ ਆ ਰਹੇ ਆ ਚੀਨ ਕੀ ਇੰਨਾ ਤਰੱਕੀ ਕਰ ਰਿਹਾ ਹੈ, ਪਰ ਅਜੇ ਤੱਕ ਸਾਨੂੰ ਨਹੀਂ ਪਤਾ ਲੱਗਿਆ ਕਿ ਇਹ ਚੀਜ਼ ਕਿਉਂ ਛਪਾਈ ਜਾ ਰਹੀ ਹੈ। ਤੇ ਜੇ ਇਹਨਾਂ ਦੇ ਕੋਲੇ ਇੰਨੇ ਜੰਤਰ ਹੈਗੇ ਆ ਤੇ ਫਿਰ ਸਾਡੀ ਇੰਟੈਲੀਜੈਂਸ ਏਜੰਸੀਜ਼ ਨੂੰ ਇਹ ਚੀਜ਼ਾਂ ਦਾ ਪਤਾ ਕਿਉਂ ਨਹੀਂ ਲੱਗਿਆ? ਤੇ ਅੱਜ ਪਾਰਲੀਮੈਂਟ ਦੇ ਵਿੱਚ ਮੋਦੀ ਸਾਹਿਬ ਨੂੰ ਤਾਂ ਘੇਰਿਆ ਹੋਇਆ, ਪਰ ਜਿਹੜਾ ਲਦਾਖ ਦਾ ਮਸਲਾ ਹੈ ਜਿਹਦੇ ਤੇ 800 ਕਿਲੋਮੀਟਰ ਇੰਡੀਆ ਨੇ ਫੇਰ ਗਵਾ ਦਿੱਤੇ ਹੈ, ਉਹਦੇ ਬਾਰੇ ਅਜੇ ਤੱਕ ਪਾਰਲੀਮੈਂਟ ਦੇ ਵਿੱਚ ਆਵਾਜ਼ ਨਹੀਂ ਨਿਕਲ ਰਹੀ, ਕਿਉਂ ਕਰਕੇ ਹਿੰਦੂ ਇੰਡੀਆ ਅੱਜ ਬਹੁਤ ਸ਼ਰਮਿੰਦਾ ਹੈ ਕਿ 1962 ਦੇ ਵਿੱਚ 39,000 ਸਕੁਆਇਰ ਕਿਲੋਮੀਟਰਸ ਨਹਿਰੂ ਨੇ ਤੇ ਜਨਰਲ ਥਾਪੜ ਨੇ ਚੀਨ ਨੂੰ ਲਟਾਤੇ। ਪ੍ਰਾਈਮ ਮਿਨਿਸਟਰ ਮੋਦੀ ਤੇ ਜਨਰਲ ਬਿਪਨ ਰਾਵਤ ਨੇ 800 ਕਿਲੋਮੀਟਰ ਲਦਾਖ ਦੇ ਚੀਨ ਨੂੰ ਦੇ ਦਿੱਤੇ। ਇਹ ਕਿਉਂ ਨਹੀਂ ਪਾਰਲੀਮੈਂਟ ਦੇ ਵਿੱਚ ਹੋ ਰਿਹਾ? ਇਹ ਤੁਸੀਂ ਸਾਰੇ ਸਿਆਣੇ ਹੋ, ਤੁਹਾਡੇ ਵਿੱਚ ਇੰਡੀਅਨ ਨੈਸ਼ਨਲਿਜ਼ਮ ਹੈਗੀ ਹੈ, ਇਹ ਤੁਸੀਂ ਦੱਸ ਸਕਦੇ ਹੋ ਕਿ ਇਹ ਗੱਲ ਉੱਭਰ ਕੇ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਆ ਰਹੀ ਕਿ ਚੀਨ ਹਮੇਸ਼ਾ ਹਮਲਾ ਕਰਕੇ ਇੰਡੀਆ ਦੀ ਧਰਤੀ ਨੂੰ ਇਹ ਦੱਬੀ ਜਾ ਰਿਹਾ ਹੈ। ਅਸੀਂ ਸਿੱਖਾਂ ਨੂੰ ਇਹ ਫਿਕਰ ਹੈ ਕਿਉਂ ਕਰਕੇ 1834 ਦੇ ਵਿੱਚ ਲਾਹੌਰ ਦਰਬਾਰ ਖਾਲਸਾ ਅੰਪਾਇਰ ਨੇ ਲਦਾਖ ਨੂੰ ਫਤਿਹ ਕੀਤਾ ਸੀਗਾ ਤੇ ਉਸ ਨੇ ਲਾਹੌਰ ਦਰਬਾਰ ਦਾ ਇੱਕ ਹਿੱਸਾ ਬਣਾਤਾ ਸੀ। ਤਾਂ ਸਾਨੂੰ ਸਿੱਖਾਂ ਨੂੰ ਫਿਕਰ ਹੈ ਕਿ ਚੀਨ ਦੁਬਾਰਾ ਇੱਥੇ ਆ ਰਹੀ ਹੈ ਤੇ ਹਿੰਦੂ ਸਟੇਟ ਲਦਾਖ ਨੂੰ ਰੱਖਿਆ ਜਾਂ ਇਹਦੀ ਰੱਖਿਆ ਕਿਉਂ ਨਹੀਂ ਕਰ ਸਕਦੀ? ਮਾਨ ਸਾਹਿਬ ਇੱਕ ਹਾਂਜੀ, ਉਹਨੇ ਆਪਣੀ ਤਕਰੀਰ ਦੇ ਵਿੱਚ ਗੱਲ ਕਹੀ ਹੈ ਕਿ ਮੇਰੇ ਫਾਦਰ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਕਹਿੰਦੇ ਆਜ਼ਾਦੀ ਨਾਲ। ਹਾਲਾਂਕਿ ਤੁਹਾਡੇ ਨਾਲ ਇੱਕ ਸਿੱਧਾ ਦਾ ਕੰਟੈਕਟ ਨਹੀਂ ਰੱਖਦਾ ਸਵਾਲ, ਪਰ ਕਿਉਂਕਿ ਤੁਸੀਂ ਹਿਸਟਰੀ ਤੋਂ ਬੜੀ ਚੰਗੀ ਤਾਂ ਵਾਕਿਫ ਹੋ ਕਿ ਇਹ ਗੱਲ ਹੈ ਕਿ ਭਗਵੰਤ ਸਿੰਘ ਨੂੰ ਭਗਵੰਤ ਸਿੰਘ ਸੰਧੂ ਨੂੰ ਜੋ ਸਿੱਧੂ ਦੇ ਬਾਪ ਨੂੰ ਫਾਂਸੀ ਦੀ ਸਜ਼ਾ ਹੋਈ ਸੀ? ਨਹੀਂ, ਕੋਈ ਇਹੋ ਜਿਹੀ ਹਿਸਟਰੀ ਦੇ ਵਿੱਚ ਨਹੀਂ ਆਈ। ਤੇ ਜਿਹੜੀ ਫੋਟੋ ਵੀ ਨਹਿਰੂ ਸਾਹਿਬ ਦੇ ਨਾਲ ਉਹਨਾਂ ਦੇ ਫਾਦਰ ਦੀ ਆਈ ਹੈ, ਉਹ ਵੀ ਨਹਿਰੂ ਸਾਹਿਬ ਉੱਧਰਲੇ ਪਾਸੇ ਦੇਖ ਰਹੇ ਹੈ ਤੇ ਇਹ ਸਿੱਧੇ ਦੇਖ ਰਹੇ ਹੈ, ਤੇ ਮੇਰਾ ਮਤਲਬ ਉਹਦਾ ਕੋਈ ਅਸਰ ਨਹੀਂ ਹੈ ਫੋਟੋ ਦਾ। ਜਿਹੜਾ ਉਹਨਾਂ ਨੇ ਦਿਖਾਇਆ ਕਿ ਮੇਰੇ ਤਲਕਾਤ ਕਾਂਗਰਸ ਤੋਂ ਬਹੁਤ ਨੇੜਦੇ ਸੀਗੇ, ਅੱਜ ਥੱਲੇ ਜਾਂਦਾ ਇਹ ਕੋਈ ਵੀ ਬੰਦਾ ਮੇਰੇ ਨਾਲ ਫੋਟੋ ਖਿਚਾ ਸਕਦਾ। 20 ਸਾਲਾਂ ਬਾਅਦ ਕਹਿ ਸਕਦਾ ਕਿ ਜੀ ਆਹ ਦੇਖੋ ਮਾਨ ਦੇ ਨਾਲ ਮੈਂ ਖੜਾ। ਪਰ ਮੇਰਾ ਮਤਲਬ ਹੈ ਕਿ ਕੋਈ ਰਿਲੇਸ਼ਨਸ਼ਿਪ ਉਸ ਤਸਵੀਰ ਦੇ ਰਾਹੀਂ ਸਾਨੂੰ ਸਿੱਧੂ ਸਾਹਿਬ ਦੀ ਤੇ ਕਾਂਗਰਸ ਦੀ ਪ੍ਰਤੀਤ ਨਹੀਂ ਹੋ ਰਹੀ। ਮਾਨ ਸਾਹਿਬ, ਤੁਸੀਂ ਗੱਲ ਕੀਤੀ ਬਰਗਾੜੀ ਮੋਰਚੇ ਦੀ। ਹਾਂਜੀ, ਬਰਗਾੜੀ ਦਾ ਮੋਰਚਾ ਲਾ ਲਈਏ, ਇੱਥੇ ਵੀਰ ਤਲਾ ਦੀ ਜਿਹੜੀ ਘਟਨਾ ਵਾਪਰੀ ਸੀ ਅਰਦਾਸ ਵਾਲੀ, ਕਿਹੜੀ? ਉਹ ਵੀਰ ਤਲਾ ਦੇ ਵਿੱਚ ਜੋ ਅਰਦਾਸ ਕੀਤੀ ਗਈ ਸੀ ਉਹਦੀ ਘਟਨਾ ਲਾ ਲਈਏ। ਇਹ ਸਾਰੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਉਸ ਤੋਂ ਬਾਅਦ ਸਿਆਸੀ ਮੁੱਦਾ ਬਣ ਜਾਂਦੀਆਂ, ਹਾਲਾਂਕਿ ਸਿੱਖਾਂ ਦਾ ਧਾਰਮਿਕ ਮਸਲਾ ਹੈ। ਸਾਡੇ 'ਚ ਨਾ ਪੋਲੀਟਿਕਸ ਤੇ ਧਰਮ ਇੱਕੋ ਚੀਜ਼ ਹੈ ਤੇ ਅਸੀਂ ਸਾਡੀ
ਹਿਸਟਰੀ ਦੇ ਵਿੱਚ ਇੱਕ ਆਉਂਦੀ ਹੈ ਕਿ ਧਰਮ ਰਾਜ ਬਿਨਾਂ ਨਾ ਧਰਮ ਚਲੇ ਹੈ। ਜਿਹੜਾ ਸਾਡਾ ਮੇਰੀ ਪੀੜ੍ਹੀ ਦਾ ਪ੍ਰਿੰਸੀਪਲ ਹੈ ਉਹਦੇ ਮੁਤਾਬਕ ਸਾਡੀ ਸਿਆਸਤ ਤੇ ਸਾਡਾ ਧਰਮ ਇੰਟਰਮਿਕਸ ਹੋਇਆ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਆਸਤ ਇੱਥੇ ਹੈ ਤੇ ਧਰਮ ਇੱਥੇ ਹੈ। ਜਦੋਂ ਇਹ ਆ ਗਿਆ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ, ਸੋ ਮੇਰਾ ਮਤਲਬ ਇਸੇ ਕਰਕੇ ਅਸੀਂ ਪਿੱਟਦੇ ਹਾਂ ਕਿ ਸਾਡਾ ਬਰਗਾੜੀ ਦਾ ਮਸਲਾ ਨਹੀਂ ਹੱਲ ਹੋਇਆ, ਪਰ ਹਿੰਦੂ ਧਰਮ ਦਾ ਬਬਰੀ ਮਸਜਿਦ ਦਾ ਯੋਧੇ ਦਾ ਮੰਦਿਰ ਬਣਾਉਣ ਦਾ ਮਸਲਾ ਹੱਲ ਹੋ ਗਿਆ ਤੇ ਉਸ ਚੀਫ ਜਸਟਿਸ ਨੂੰ ਬਰਾਈਬ ਦਿੱਤੀ ਗਈ। ਜਦੋਂ ਉਹਨੇ ਫੈਸਲਾ ਕੀਤਾ ਤੇ ਉਸ ਨੂੰ ਮੈਂਬਰ ਪਾਰਲੀਮੈਂਟ ਦਾ ਨੋਮੀਨੇਟਡ ਬਣਾਤਾ ਤੇ ਜਿਹੜੇ ਜੱਜ ਯੂਪੀ ਨੇ ਫੈਸਲਾ ਕੀਤਾ ਕਿ ਇਹ ਅਡਵਾਨੀ ਹੋਣੀ ਜਿਨ੍ਹਾਂ ਨੇ ਬਬਰੀ ਮਸਜਿਦ ਨੂੰ ਸ਼ਹੀਦ ਕੀਤਾ, ਉਹ ਜੱਜ ਨੇ ਰਿਹਾ ਕਰਤੇ ਅਡਵਾਨੀ ਸਾਹਿਬ ਤੇ ਉਸ ਜੱਜ ਨੂੰ ਵੀ ਉੱਚੀ ਪਦਵੀ ਮਿਲ ਗਈ ਹੈ। ਤਾਂ ਮੇਰਾ ਮਤਲਬ ਜਿੰਨਾ ਚਿਰ ਸਾਡੇ ਕੋਲੇ ਰਾਜ ਸਿੱਖਾਂ ਦਾ ਨਹੀਂ ਆਉਂਦਾ ਉਨਾ ਚਿਰ ਸਾਡੇ ਮਸਲੇ ਹੱਲ ਨਹੀਂ ਹੋ ਸਕਦੇ। ਕਿਉਂ ਕਰਕੇ ਮੈਂ ਤੁਹਾਨੂੰ ਸਬੂਤ ਦਿੱਤੇ ਹੈ, ਗੱਲਾਂ ਦੱਸੀਆਂ ਕਿ ਕਿਵੇਂ ਰਾਜ ਅਫੈਕਟ ਕਰਦਾ ਹੈ ਧਰਮ ਨੂੰ। ਸਿੱਖਾਂ ਦੇ ਆਪਾਂ ਗੱਲ ਕਰੀਏ, ਸਿੱਖਾਂ ਦੀ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੈ, ਪਰ ਬੇਅਦਬੀ ਦੀਆਂ ਘਟਨਾਵਾਂ ਵੀ ਸਭ ਤੋਂ ਵੱਧ ਪੰਜਾਬ ਦੇ ਵਿੱਚ ਵਾਪਰੀਆਂ। ਇਸ ਨੂੰ ਕਿਸ ਤਰ੍ਹਾਂ ਦੇਖਦੇ? ਇਹ ਕਿਉਂ ਕਰਕੇ ਹੁਣ 6 ਸਾਲ ਹੋ ਗਿਆ ਬਰਗਾੜੀ ਦਾ ਕੋਈ ਐਕਸ਼ਨ ਨਹੀਂ ਹੋਇਆ, ਸਾਡੇ ਕੋਲੇ ਰਾਜ ਹੈ ਨਹੀਂਗਾ ਤੇ ਇਸ ਕਰਕੇ ਸਾਰੀਆਂ ਦੁਰਘਟਨਾ ਇੱਥੇ ਹੋ ਰਹੀਆਂ। ਤੇ ਇਹ ਜਿਹੜੇ ਸਰਸੇ ਵਾਲੇ ਹੈ ਇਹ ਹਮੇਸ਼ਾ ਇਸ ਦੁਰਘਟਨਾ ਦੇ ਵਿੱਚ ਹਾਜ਼ਰ ਹੁੰਦੇ ਹੈ, ਪਰ ਇਹਨਾਂ ਨੂੰ ਸਰਕਾਰ ਨਹੀਂ ਫੜ ਸਕਦੀ ਕਿਉਂ ਕਰਕੇ ਇਹਨਾਂ ਦੇ ਕੋਲੇ ਵੋਟ ਹੈ ਤੇ ਵੋਟ ਕਰਕੇ ਇਹ ਸਾਰੀਆਂ ਪਾਰਟੀਆਂ ਇਹਨਾਂ ਦੇ ਪੈਰਾਂ 'ਚ ਪਈਆਂ ਹੋਈਆਂ। ਕਿਤੇ ਨਾ ਕਿਤੇ ਆਪਾਂ ਗੱਲ ਕਰੀਏ, ਤੁਸੀਂ ਇੱਕ ਧਾਰਮਿਕ ਪਾਰਟੀ ਵੀ ਨਾਲ ਚਲਾ ਰਹੇ ਹੋ, ਆਪਾਂ ਕਹਿ ਦਈਏ ਧਰਮ ਦੇ ਨਾਲ ਰਿਲੇਟਡ ਤੁਹਾਡੀ ਪਾਰਟੀ ਚੱਲ ਰਹੀ ਹੈ। ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਦੀਆਂ ਪ੍ਰੋਪਰ ਪੈਰਵਾਈ ਨਹੀਂ ਕੀਤੀ ਜਾਂਦੀ ਹੈਗੀ, ਭਾਵੇਂ ਐਸਜੀਪੀਸੀ ਹੋਵੇ ਭਾਵੇਂ ਸਿਆਸੀ ਪਾਰਟੀਆਂ ਵੱਲੋਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਜਿੰਨੀਆਂ ਵੀ ਵਾਪਰੀਆਂ? ਜੇ ਪਾਰਲੀਮੈਂਟ ਦੇ ਇਲੈਕਸ਼ਨ ਨਾ ਹੋਣ ਤਾਂ ਉਸ ਪਾਰਲੀਮੈਂਟ ਨੂੰ ਚੰਗਾ ਨਹੀਂ ਗਿਣਿਆ ਜਾਂਦਾ। ਇਸੇ ਤਰ੍ਹਾਂ ਜੇ ਸਾਡੀ ਪਾਰਲੀਮੈਂਟ ਦੇ ਇਲੈਕਸ਼ਨ 10 ਸਾਲ ਤੋਂ ਨਹੀਂ ਹੋਏ, ਇਹ ਲੇਮ ਡਕ ਪਾਰਲੀਮੈਂਟ ਹੈ। ਜਿਹੜੇ ਪਾਰਲੀਮੈਂਟ ਦੇ ਇਲੈਕਸ਼ਨਸ ਨਾ ਹੋਣ ਉਹਨਾਂ ਨੂੰ ਅੰਗਰੇਜ਼ੀ 'ਚ ਕਹਿੰਦਾ ਲੇਮ ਡਕ ਪਾਰਲੀਮੈਂਟ। ਤੇ ਸਾਡੀ ਜਿਹੜੀ ਇਹ ਐਸਜੀਪੀਸੀ ਹੈ ਇਹਦੇ ਜੇ ਇਲੈਕਸ਼ਨ ਟਾਈਮ ਸਿਰ ਹੋਣ ਤਾਂ ਫਿਰ ਸਹੀ ਫੈਸਲੇ ਲੈ ਸਕਦੇ ਆਪਾਂ, ਪਰ ਕਿਉਂ ਕਰਕੇ ਸਾਡੀ ਪਾਰਲੀਮੈਂਟ ਨੂੰ ਹਿੰਦੂਤਵਾ ਨਹੀਂ ਚੱਲਣ ਦਿੰਦੀ, ਆਪਣੇ ਉੱਥੇ ਜਿਹੜੇ ਖਾਸ ਬਾਦਲ ਦੇ ਚੂਚੇ ਹੈ ਉੱਥੇ ਲਾਏ ਹੋਏ ਹੈ। ਇਸ ਕਰਕੇ ਇਹ ਨੁਕਸਾਨ ਸਾਡੇ ਧਰਮ ਨੂੰ ਤੇ ਸਾਡੀ ਸਟੇਟ ਨੂੰ ਹੋ ਰਿਹਾ ਹੈ। ਮਾਨ ਸਾਹਿਬ 2022 ਦੇ ਇਲੈਕਸ਼ਨ ਆ ਰਿਹਾ, ਉਹਦੇ ਤੁਸੀਂ ਆਪਦੇ ਕੈਂਡੀਡੇਟ ਖੜੇ ਕਰੋਗੇ ਜਾਂ ਕਿਸੇ ਤਰੀਕੇ ਨਾਲ ਕੋਈ ਸਮਝੌਤਾ ਕਰੋਗੇ? ਅਸੀਂ ਆਪਣੇ ਕਰਾਂਗੇ ਜੀ। ਆਪਾਂ ਦੇਖੋ ਇਹ ਮਜ਼ਬੂਤ ਪਾਰਟੀ ਹੈ, ਕਰਾਂਗੇ। ਤਾਜਪੁਰ ਲੱਗ ਸੀਗੀ ਨਵਜੋਤ ਸਿੰਘ ਸਿੱਧੂ ਦਾ ਮੋਗਾ ਦੇ ਵਿੱਚ ਐਕਸੀਡੈਂਟ ਹੋਇਆ, ਕੁਝ ਲੋਕ ਜਾ ਰਹੇ ਸੀ ਸਰ ਉੱਤੇ ਸਾਰੇ 5-6 ਲੋਕਾਂ ਦੀ ਜਾਨ ਚਲੀ ਗਈ ਤੇ ਕੈਪਟਨ ਸਾਹਿਬ ਨੂੰ ਸਿਰਫ ਇੱਕ ਕੰਡੋਲੈਂਸ ਮੈਸੇਜ ਪਾਇਆ ਗਿਆ ਟਵਿੱਟਰ ਐਂਡ ਫੇਸਬੁੱਕ ਦੇ ਉੱਪਰ ਔਰ ਜ਼ੋਰਾਂ ਸ਼ੋਰਾਂ ਦੇ ਨਾਲ ਸਰ ਸੈਰੇਮਨੀ ਉਦੋਂ ਬਾਅਦ ਕੀਤੀ ਗਈ ਹੈ। ਹਾਲਾਂਕਿ ਉਹਨਾਂ ਕੋਲ ਨਿਊਜ਼ ਪਹੁੰਚ ਗਈ ਸੀ ਕਿ ਇੰਸੀਡੈਂਟ ਹੋਇਆ। ਹਾਂਜੀ, ਬੜੀ ਇਹ ਜਿਹੜੀ ਦੁਰਘਟਨਾ ਹੋਈ ਹੈ ਬਹੁਤ ਅਫਸੋਸਜਨਕ ਹੈ, ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਦੋਂ ਦਿੱਲੀ ਤੋਂ ਹੁਕਮ ਆਉਂਦਾ ਹੈ ਉਦੋਂ ਅਸੀਂ ਸਾਰੇ ਭੁੜਕ ਪੈਂਦੇ ਹਾਂ ਤੇ ਜੇ ਪੰਜਾਬ ਤੋਂ ਹੁਕਮ ਆਏ ਉੱਥੇ ਅਸੀਂ ਸੁੱਤੇ ਹੋਏ ਹਾਂ। ਹੁਣ ਦਿੱਲੀ ਤੋਂ ਹੁਕਮ ਆਇਆ ਕਿ ਸਿੱਧੂ ਸਾਹਿਬ ਕਾਂਗਰਸ ਦੇ ਪ੍ਰਧਾਨ ਬਣਨਗੇ, ਸਾਰੇ ਲੋਕ ਉੱਧਰਲੇ ਪਾਸੇ ਨੂੰ ਭੱਜ ਗਏ। ਹੁਣ ਹਰਮਿੰਦਰ ਸਿੰਘ ਗਿੱਲ MLA ਨੇ, ਪਰ ਉਹ ਆਲ ਇੰਡੀਆ ਸਿੱਖ ਫੈਡਰੇਸ਼ਨ ਤੋਂ ਹੈਗੇ ਹੈ ਤੇ ਉਹ ਕਹਿੰਦੇ ਸੀਗੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਮੈਂ ਸ਼ਹਾਦਤ ਦੇਵਾਂਗਾ, ਪਰ ਜਦੋਂ ਦੇ ਸਿੱਧੂ ਸਾਹਿਬ ਬਣੇ ਹੈ ਹੁਣ ਗਿੱਲ ਸਾਹਿਬ ਕਹਿੰਦੇ ਆ ਦਿੱਲੀ ਤੋਂ ਆਰਡਰ ਆ ਗਿਆ, ਮੈਂ ਕੀ ਕਰਾਂ, ਮੈਂ ਤਾਂ ਫਿਰ ਹੁਣ ਸਿੱਧੂ ਨਾਲ ਹੀ ਚੱਲੂੰਗਾ। ਮੇਰਾ ਮਤਲਬ ਹੁਣ ਜੇ ਸਾਰੇ ਪਾਸੇ ਇਹ ਦਿੱਲੀ ਦੇ ਆਰਡਰ ਦੇ ਉੱਤੇ ਅਸੀਂ ਉਹਦੀ ਤਾਜਪੋਸ਼ੀ ਤੇ ਭੱਜੇ ਜਾਣਾ ਹੈ
ਤੇ ਇੱਥੇ ਪੰਜਾਬ ਦਾ ਕੋਈ ਫਿਕਰ ਹੀ ਨਹੀਂ ਕਿਸੇ ਨੂੰ, ਫਿਰ ਬੀਬੀ ਜੀ ਇਹ ਤਾਂ ਇਹ ਮਾੜੀ ਗੱਲ ਹੈ, ਬੜੀ ਅਫਸੋਸਜਨਕ ਹੈ। ਲੋਕਾਂ ਨੂੰ ਇਸ ਤਰ੍ਹਾਂ ਦਿੱਲੀ ਦੇ ਹੁਕਮ ਦੇ ਪਿੱਛੇ ਐ ਭੱਜਣਾ ਨਹੀਂ ਚਾਹੀਦਾ। ਮਾਨ ਸਾਹਿਬ ਗੱਲ ਕਰੀਏ, ਤੁਸੀਂ ਗੱਲ ਕੀਤੀ ਗੁਰਪ੍ਰੀਤ ਸਿੱਧੂ ਦੀ, ਪਹਿਲਾਂ ਜਿਹੜਾ ਮੁੱਦਾ ਚੱਲ ਰਿਹਾ ਸੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਬੜਾ ਵਾਰ ਕੀਤੇ, ਟਵੀਟਰੀ ਹੋਏ। ਲਾਸਟ ਸਟੇਜ ਤੇ ਆ ਕੇ ਕੈਪਟਨ ਨੇ ਗੱਲ ਕਹੀ ਵੀ ਜਿੰਨਾ ਚਿਰ ਮਾਫੀ ਨਹੀਂ ਮੰਗਦਾ ਮੈਂ ਇਹਨਾਂ ਦੇ ਜਿਹੜੇ ਕਿਸੇ ਵੀ ਤਰ੍ਹਾਂ ਦਾ ਸੱਦਾ ਕਬੂਲ ਨਹੀਂ ਕਰਾਂਗਾ। ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕੁਝ ਇਸ ਤਰ੍ਹਾਂ ਵੀ ਜਿਹੜਾ ਹੈਗਾ ਇਸ ਤੋਂ ਬਾਅਦ ਜਿਹੜਾ ਬੇਅਦਬੀ ਦਾ ਮੁੱਦਾ ਹੱਲ ਤੋਂ ਮੈਂ ਹੁਣੇ ਤਾਂ ਉਹਦਾ ਜਵਾਬ ਦਿੱਤਾ ਹੈ। ਤੁਸੀਂ ਟਵਿੱਟਰ ਦਾ ਗੱਲ ਕੀਤੀ ਹੈ, ਟਵਿੱਟਰੀ ਦੀ ਗੱਲ ਕੀਤੀ ਹੈ। ਟਵਿੱਟਰ ਤਾਂ ਮੈਂ ਸਮਝਦਾ, ਪਰ ਟਵਿੱਟਰੀ ਕੀ ਹੁੰਦੀ ਹੈ ਉਹ ਦੱਸ ਦਿਓ ਮੈਨੂੰ। ਚਲੋ ਕੋਈ ਨਾ। ਉਹ